ਅੱਜ ਦਾ ਪ੍ਰੋਗਰਾਮ ਵੇਖ ਰਹੇ ਪਿਆਰੇ ਬੱਚਿਓ, ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪਿਆਰੇ ਬੱਚਿਓ, ਜਿਵੇਂ ਕਿ ਤੁਸੀਂ ਜਾਣਦੇ ਹੋ, ਅੱਜ ਕਰੋਨਾ ਮਹਾਮਾਰੀ ਦੇ ਦੌਰਾਨ ਆਪਣੀ ਸਿੱਖਿਆ ਆਨਲਾਈਨ ਹੋ ਰਹੀ ਹੈ। ਉਸੇ ਕੜੀ ਦੇ ਤਹਿਤ ਅਸੀਂ ਅੱਜ 9ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਜੁਲਾਈ ਮਹੀਨੇ ਦੇ ਸਿਲੇਬਸ ਵਿੱਚੋਂ ਪੈਰਾ ਰਚਨਾ ਕਰਨ ਜਾ ਰਹੇ ਹਾਂ। ਪਿਆਰੇ ਬੱਚਿਓ, ਮੇਰਾ ਨਾਮ ਸੁਖਪਾਲ ਕੌਰ ਹੈ। ਮੈਂ ਬਤੌਰ ਪੰਜਾਬੀ ਮਿਸਟਰੈਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਠੀਕਰੀਵਾਲਾ ਵਿਖੇ ਸੇਵਾ ਨਿਭਾ ਰਹੀ ਹਾਂ। ਬੱਚਿਓ, ਤੁਸੀਂ 8ਵੀਂ ਕਲਾਸ ਪਾਸ ਕਰਕੇ ਆਏ ਹੋ, ਹੁਣ 9ਵੀਂ ਦੇ ਵਿੱਚ ਹੋ। 8ਵੀਂ ਕਲਾਸ ਦੇ ਵਿੱਚ ਅਸੀਂ ਲੇਖ ਰਚਨਾ ਕਰਦੇ ਹੁੰਦੇ। ਲੇਖ ਰਚਨਾ ਹੁਣ ਵੀ ਹੈ ਤੁਹਾਡੇ ਸਿਲੇਬਸ ਦੇ ਵਿੱਚ, ਪਰ ਅੱਜ ਜੋ ਵਿਸ਼ਾ ਅਸੀਂ ਕਰਨ ਜਾ ਰਹੇ ਹਾਂ ਉਹ ਪੈਰਾ ਰਚਨਾ ਹੈ। ਪਿਆਰੇ ਬੱਚਿਓ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਲੇਖ ਰਚਨਾ ਇੱਕ ਵਿਸਤ੍ਰਿਤ ਵਿਸ਼ਾ ਹੈ, ਵਿਸਥਾਰ ਸਹਿਤ। ਜਿਸ ਤਰ੍ਹਾਂ ਅੱਜ ਅਸੀਂ ਜੋ ਵਿਸ਼ਾ ਕਰਨ ਜਾ ਰਹੇ ਹਾਂ ਪੈਰਾ ਰਚਨਾ, ਉਸ ਦੇ ਵਿੱਚ ਉਪ ਵਿਸ਼ਾ ਹੈ ਸਿੱਖਿਆ ਸਾਧਨ ਵਜੋਂ ਕੰਪਿਊਟਰ। ਬੱਚਿਓ, ਜੇਕਰ ਅਸੀਂ ਲੇਖ ਰਚਨਾ ਕਰਨੀ ਹੋਵੇ ਤਾਂ ਸਿੱਖਿਆ ਸਾਧਨ ਵਜੋਂ ਕੰਪਿਊਟਰ ਵਿਸ਼ੇ ਦੇ ਅਧੀਨ ਅਸੀਂ ਵਿਸਥਾਰ ਸਹਿਤ ਵਰਣਨ ਕਰਾਂਗੇ, ਜੋ 250 ਤੋਂ ਲੈ ਕੇ 300 ਸ਼ਬਦਾਂ ਦੇ ਵਿੱਚ ਹੋ ਸਕਦਾ ਹੈ। ਇਸ ਵਿੱਚ ਕੰਪਿਊਟਰ ਨਾਲ ਸੰਬੰਧਿਤ ਜਾਣਕਾਰੀ, ਕੰਪਿਊਟਰ ਦੇ ਲਾਭ ਹਾਨੀਆਂ ਵਿਸਥਾਰ ਸਹਿਤ ਲਿਖੇ ਜਾ ਸਕਦੇ ਹਨ, ਵੱਖ-ਵੱਖ ਪੈਰਿਆਂ ਦੇ ਵਿੱਚ ਲਿਖੇ ਜਾ ਸਕਦੇ ਹਨ। ਪਰ ਪੈਰਾ ਰਚਨਾ ਇਸ ਤੋਂ ਬਿਲਕੁਲ ਅਲੱਗ ਹੈ। ਪੈਰਾ ਰਚਨਾ ਦੇ ਵਿੱਚ ਸਾਰੀ ਸਮੱਗਰੀ ਨੂੰ ਸੰਖੇਪ ਰੂਪ ਦੇ ਵਿੱਚ ਸਿਰਫ ਇੱਕ ਹੀ ਪੈਰੇ ਦੇ ਵਿੱਚ ਲਿਖਣਾ ਹੈ, ਜੋ ਪੈਰਾ ਰਚਨਾ ਦਾ ਜ਼ਰੂਰੀ ਨਿਯਮ ਹੈ। ਉੱਪਰ ਸਿਰਲੇਖ ਲਿਖ ਕੇ ਉਸ ਤੋਂ ਥੱਲੇ ਪੂਰੀ ਦੀ ਪੂਰੀ ਸਮੱਗਰੀ ਨੂੰ ਸੰਖੇਪ ਰੂਪ ਦੇ ਵਿੱਚ ਇੱਕ ਹੀ ਪੈਰੇ ਦੇ ਵਿੱਚ ਲਿਖਣਾ ਪੈਰਾ ਰਚਨਾ ਦਾ ਮੁੱਖ ਨਿਯਮ ਹੈ। ਪਿਆਰੇ ਬੱਚਿਓ, ਪੈਰਾ ਰਚਨਾ ਕਰਨ ਤੋਂ ਪਹਿਲਾਂ ਇਸ ਸੰਬੰਧੀ ਕੁਝ ਜ਼ਰੂਰੀ ਨੁਕਤੇ ਹਨ ਜੋ ਮੈਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੀ ਹਾਂ। ਪਿਆਰੇ ਬੱਚਿਓ, ਸਿੱਖਿਆ ਸਾਧਨ ਵਜੋਂ ਕੰਪਿਊਟਰ ਪੈਰਾ ਰਚਨਾ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਪੈਰਾ ਰਚਨਾ ਸਾਡੇ ਸਿਲੇਬਸ ਵਿੱਚ ਦਰਜ ਹੈ। ਉਸ ਅਨੁਸਾਰ ਅਸੀਂ ਜੋ ਪੈਰਾ ਰਚਨਾ ਕਰਨੀ ਹੈ ਉਹ ਲਗਭਗ 150 ਸ਼ਬਦਾਂ ਦੇ ਵਿੱਚ ਕਰਨੀ ਹੈ। 150 ਸ਼ਬਦਾਂ ਦੇ ਵਿੱਚ ਕਰਨ ਲਈ ਸਾਨੂੰ ਕੰਪਿਊਟਰ ਸੰਬੰਧੀ ਜੋ ਜਾਣਕਾਰੀ ਹੈ ਉਸ ਨੂੰ ਸੰਖੇਪ ਰੂਪ ਦੇ ਵਿੱਚ ਲੈ ਕੇ ਆਉਣਾ ਪਵੇਗਾ। ਇਸ ਸੰਬੰਧੀ ਕੁਝ ਜ਼ਰੂਰੀ ਨੁਕਤੇ ਜੋ ਅਸੀਂ ਕਰਨ ਜਾ ਰਹੇ ਹਾਂ ਉਹ ਇਸ ਪ੍ਰਕਾਰ ਹਨ। ਸਕਰੀਨ 'ਤੇ ਪਹਿਲਾਂ ਤੁਸੀਂ ਦੇਖ ਰਹੇ ਹੋ, ਇਹ ਕੰਪਿਊਟਰ ਹੈ। ਤੁਸੀਂ ਆਪਣੀ ਸਕੂਲ ਦੀ ਲੈਬ ਵਿੱਚ ਵੀ ਇਹ ਕੰਪਿਊਟਰ ਵੇਖੇ ਹੋਣਗੇ ਅਤੇ ਇਹਨਾਂ ਨੂੰ ਆਪ ਵਰਤਿਆ ਵੀ ਹੋਵੇਗਾ, ਜਿਸ ਤੋਂ ਤੁਹਾਨੂੰ ਕੰਪਿਊਟਰ ਨਾਲ ਸੰਬੰਧਿਤ ਜਾਣਕਾਰੀ, ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਜਾਣਕਾਰੀ, ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਸ ਤੋਂ ਤੁਸੀਂ ਭਲੀ ਭਾਂਤ ਜਾਣਦੇ ਹੋਵੋਗੇ ਕਿ ਕੰਪਿਊਟਰ ਦੇ ਤੁਹਾਨੂੰ ਕੀ ਲਾਭ ਹਨ। ਅੱਜ ਕੱਲ੍ਹ ਸਾਡੀ ਸਿੱਖਿਆ ਪ੍ਰਣਾਲੀ ਕੰਪਿਊਟਰ ਆਧਾਰਿਤ ਹੈ। ਅਸੀਂ ਸਕੂਲਾਂ ਦੇ ਵਿੱਚ ਕੰਪਿਊਟਰ ਸਾਇੰਸ ਨੂੰ ਇੱਕ ਵਿਸ਼ੇ ਵਜੋਂ ਵੀ ਪੜ੍ਹਦੇ ਹਾਂ। ਸਾਰੀ ਸਿੱਖਿਆ ਕੰਪਿਊਟਰ ਆਧਾਰਿਤ ਹੋਣ ਕਰਕੇ ਸਾਡੀਆਂ ਗਿਆਨ ਇੰਦਰੀਆਂ ਰਾਹੀਂ ਅਸੀਂ ਸਿੱਖਿਆ ਪ੍ਰਾਪਤ ਕਰਦੇ ਹਾਂ। ਸਾਡੇ
ਕੰਨ ਸੁਣਦੇ ਹਨ ਅਤੇ ਸਾਡੀਆਂ ਅੱਖਾਂ ਵੇਖਦੀਆਂ ਹਨ, ਜਿਸ ਕਰਕੇ ਬੱਚਿਓ ਦੇਖਿਆ ਹੋਇਆ ਕਦੀ ਭੁੱਲਦਾ ਨਹੀਂ ਅਤੇ ਸਾਨੂੰ ਲੰਮੇ ਸਮੇਂ ਤੱਕ ਸਿੱਖਿਆ ਹੋਇਆ ਯਾਦ ਰਹਿੰਦਾ ਹੈ। ਪੜ੍ਹਾਈ ਦੇ ਨਾਲ ਨਾਲ ਹੋਰ ਮਨੋਰੰਜਕ ਜਾਣਕਾਰੀ, ਖੇਡਾਂ ਸੰਬੰਧੀ ਜਾਣਕਾਰੀ, ਸਿਹਤ ਸੰਬੰਧੀ ਜਾਣਕਾਰੀ, ਆਮ ਜਾਣਕਾਰੀ ਆਦਿ ਵੀ ਅਸੀਂ ਕੰਪਿਊਟਰ ਜ਼ਰੀਏ ਪ੍ਰਾਪਤ ਕਰਦੇ ਹਾਂ। ਪੈਰਾ ਰਚਨਾ ਕਰਨ ਤੋਂ ਪਹਿਲਾਂ ਜੋ ਜ਼ਰੂਰੀ ਨੁਕਤੇ ਨੇ ਅਸੀਂ ਉਸ ਸੰਬੰਧੀ ਜਾਣਦੇ ਹਾਂ। ਪਿਆਰੇ ਬੱਚਿਓ, ਸਭ ਤੋਂ ਪਹਿਲਾਂ ਤਾਂ ਪੈਰਾ ਰਚਨਾ ਲਈ ਜ਼ਰੂਰੀ ਨੁਕਤਾ ਹੈ ਸੁੰਦਰ ਲਿਖਤ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਸੁੰਦਰ ਲਿਖਾਈ ਵਿਅਕਤੀ ਦੀ ਸ਼ਖਸੀਅਤ ਦਾ ਸ਼ੀਸ਼ਾ ਹੁੰਦੀ ਹੈ, ਜਿਸ ਵਿੱਚੋਂ ਲਿਖਣ ਵਾਲੇ ਦੀ ਸ਼ਖਸੀਅਤ ਸਾਫ਼ ਝਲਕਦੀ ਹੈ। ਜੇਕਰ ਸਾਡੀ ਲਿਖਾਈ ਸੋਹਣੀ ਅਤੇ ਤਰਤੀਬ ਵਿੱਚ ਲਿਖੀ ਹੋਵੇਗੀ ਤਾਂ ਵੇਖਣ ਵਾਲੇ ਦੇ ਮਨ ਉੱਤੇ ਇਸ ਦਾ ਵਧੀਆ ਪ੍ਰਭਾਵ ਪੈਂਦਾ ਹੈ। ਮੋਤੀਆਂ ਵਾਂਗ ਚਿਣੇ ਹੋਏ ਅੱਖਰ ਸੋਹਣੇ ਲੱਗਦੇ ਹਨ ਅਤੇ ਵੇਖਣ ਵਾਲੇ ਦਾ ਮਨ ਮੋਹ ਲੈਂਦੇ ਹਨ। ਬੱਚਿਓ, ਪੈਰਾ ਰਚਨਾ ਕਰਨ ਤੋਂ ਪਹਿਲਾਂ ਅਸੀਂ ਉਸ ਦਾ ਸਿਰਲੇਖ ਉੱਪਰ ਮੋਟੇ ਅੱਖਰਾਂ ਵਿੱਚ ਲਿਖਾਂਗੇ। ਸਿਰਲੇਖ ਲਿਖਣ ਤੋਂ ਬਾਅਦ ਪੈਰਾ ਸ਼ੁਰੂ ਕਰਾਂਗੇ। ਪੈਰਾ ਲਿਖਣ ਦੀ ਜੋ ਸਮੱਗਰੀ ਸਾਡੇ ਮਨ ਦੇ ਵਿੱਚ ਮੌਜੂਦ ਹੁੰਦੀ ਹੈ, ਉਹਨਾਂ ਵਿਚਾਰਾਂ ਨੂੰ ਅਸੀਂ ਤਰਤੀਬ ਦੇਣੀ ਹੈ, ਕਿਉਂਕਿ ਤਰਤੀਬ ਵਿੱਚ ਲਿਖਿਆ ਹੋਇਆ ਪੈਰਾ ਵਧੀਆ ਲੱਗਦਾ ਹੈ। ਉੱਗੜ ਦੁੱਗੜ ਵਿਚਾਰ ਪੈਰਾ ਰਚਨਾ ਨੂੰ ਪ੍ਰਭਾਵਹੀਣ ਕਰ ਦਿੰਦੇ ਹਨ। ਵਿਚਾਰਾਂ ਦੀ ਤਰਤੀਬਤਾ ਇੱਕ ਲੜੀ ਵਿੱਚ ਪਰੋਣਾ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਇੱਕ ਮਾਲਾ ਵਿੱਚ ਮੋਤੀ ਪਰੋਏ ਹੋਣ। ਇਸ ਤੋਂ ਬਾਅਦ ਅਗਲਾ ਨੁਕਤਾ ਹੈ ਪੈਰੇ ਦੀ ਸੰਖੇਪਤਾ। ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਜਾ ਚੁੱਕਾ ਹੈ ਕਿ ਪੈਰਾ ਰਚਨਾ ਸੰਖੇਪ ਹੁੰਦਾ ਹੈ। ਲਗਭਗ 150 ਸ਼ਬਦਾਂ ਦਾ ਪੈਰਾ ਅਸੀਂ ਲਿਖਣਾ ਹੁੰਦਾ ਹੈ। ਉਸ ਨੂੰ ਇਸ ਤਰੀਕੇ ਨਾਲ ਸੰਖੇਪ ਕੀਤਾ ਜਾਵੇ ਕਿ ਦਿੱਤੇ ਹੋਏ ਵਿਸ਼ੇ ਸੰਬੰਧੀ ਪੂਰੀ ਦੀ ਪੂਰੀ ਜਾਣਕਾਰੀ ਸਿਰਫ ਇੱਕ ਹੀ ਪੈਰੇ ਦੇ ਵਿੱਚ ਆ ਜਾਵੇ। ਲਿਖਣ ਨੂੰ ਪੈਰਾ ਅਧੂਰਾ ਨਾ ਜਾਪੇ। ਅਗਲਾ ਨੁਕਤਾ ਹੈ ਸ਼ੁੱਧ ਸ਼ਬਦ ਜੋੜ। ਜਦੋਂ ਅਸੀਂ ਪੈਰਾ ਲਿਖਣਾ ਹੈ ਤਾਂ ਬੱਚਿਓ ਸ਼ਬਦ ਜੋੜਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਸ਼ਬਦ ਲਿਖਣ ਸਮੇਂ ਲਗਾ ਮਾਤਰਾ, ਸ਼ਬਦਾਂ ਦੀ ਬਣਤਰ ਸਹੀ ਹੋਣੀ ਚਾਹੀਦੀ ਹੈ। ਗਲਤ ਲਿਖੇ ਹੋਏ ਸ਼ਬਦ ਪੈਰੇ ਨੂੰ ਪ੍ਰਭਾਵਹੀਣ ਬਣਾ ਦਿੰਦੇ ਹਨ। ਇਸ ਕਰਕੇ ਜਦੋਂ ਅਸੀਂ ਪੈਰਾ ਲਿਖਣਾ ਹੈ ਤਾਂ ਸ਼ਬਦ ਜੋੜ ਸਾਡੇ ਸ਼ੁੱਧ ਵਿਆਕਰਨ ਅਨੁਸਾਰ ਹੋਣੇ ਚਾਹੀਦੇ ਹਨ ਅਤੇ ਇਹ ਸ਼ਬਦ ਚੁਣਨੇ ਹੀ ਇਸ ਤਰ੍ਹਾਂ ਦੇ ਚਾਹੀਦੇ ਹਨ ਜੋ ਕਿ ਸੌਖੇ ਸਮਝ ਆ ਸਕਣ। ਅਗਲਾ ਮਹੱਤਵਪੂਰਨ ਨੁਕਤਾ ਹੈ ਪੂਰੇ ਪੈਰੇ ਨੂੰ ਇੱਕ ਹੀ ਪੈਰੇ ਵਿੱਚ ਲਿਖਣਾ। ਜਿਸ ਤਰ੍ਹਾਂ ਪਿਆਰੇ ਬੱਚਿਓ ਅਸੀਂ ਲੇਖ ਰਚਨਾ ਕਰਦੇ ਹਾਂ ਜਾਂ ਕੋਈ ਹੋਰ ਵਾਰਤਕ ਰਚਨਾ ਕਰਦੇ ਹਾਂ ਤਾਂ ਉਸ ਵਿੱਚ ਅਸੀਂ ਵੱਖ-ਵੱਖ ਪੈਰੇ ਬਣਾ ਲੈਂਦੇ ਹਾਂ, ਪਰ ਪੈਰਾ ਰਚਨਾ ਕਰਦੇ ਸਮੇਂ ਇਹ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਕਿ ਸਾਰੇ ਪੈਰੇ ਨੂੰ ਇੱਕ ਹੀ ਪੈਰੇ ਦੇ ਵਿੱਚ ਸਮੇਟਿਆ ਜਾਵੇ। ਇਸ ਦੇ 2 ਜਾਂ 3 ਪੈਰੇ ਨਾ ਬਣਾਏ ਜਾਣ। ਪਿਆਰੇ ਬੱਚਿਓ, ਹੁਣ ਅਸੀਂ ਅੱਗੇ ਦਿੱਤੇ ਹੋਏ ਵਿਸ਼ੇ ਦੀ ਪੈਰਾ ਰਚਨਾ ਕਰਨ ਜਾ ਰਹੇ ਹਾਂ। ਸਾਡਾ ਅੱਜ ਦਾ ਵਿਸ਼ਾ ਹੈ ਸਿੱਖਿਆ ਸਾਧਨ ਵਜੋਂ ਕੰਪਿਊਟਰ। ਅੱਜ ਦੇ ਸਮੇਂ ਵਿੱਚ ਕੰਪਿਊਟਰ
ਮਨੋਰੰਜਨ ਅਤੇ ਗਿਆਨ ਦਾ ਮਹੱਤਵਪੂਰਨ ਤੇ ਹਰਮਨ ਪਿਆਰਾ ਸਾਧਨ ਹੈ। ਬੱਚਿਆਂ ਨੂੰ ਕੰਪਿਊਟਰ ਰਾਹੀਂ ਕਾਰਟੂਨ, ਸਿੱਖਿਆਦਾਇਕ ਕਹਾਣੀਆਂ, ਕਵਿਤਾਵਾਂ, ਅੱਖਰਾਂ ਦੀ ਸਹੀ ਬਣਤਰ ਸਰਲ ਤੇ ਰੌਚਕ ਤਰੀਕੇ ਨਾਲ ਸਿਖਾਈ ਜਾਂਦੀ ਹੈ। ਬੱਚੇ ਗਿਆਨ ਇੰਦਰੀਆਂ ਦੀ ਵਰਤੋਂ ਕਰਦੇ ਹੋਏ ਸਿੱਖਦੇ ਹਨ, ਜਿਸ ਕਰਕੇ ਛੇਤੀ ਭੁੱਲਦੇ ਨਹੀਂ। ਅਜੋਕੇ ਮੁਕਾਬਲੇ ਦੇ ਯੁੱਗ ਵਿੱਚ ਤਕਨੀਕ ਦਾ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਵਿੱਚ ਮਹੱਤਵਪੂਰਨ ਯੋਗਦਾਨ ਹੈ। ਡਿਜੀਟਲ ਫਾਰਮੈਟ ਵਿੱਚ ਪੇਸ਼ਕਾਰੀ ਕਰੀਅਰ ਨੂੰ ਅੱਗੇ ਲਿਜਾਣ ਵਿੱਚ ਤੇ ਨਵਾਂ ਕਰੀਅਰ ਬਣਾਉਣ ਲਈ ਜ਼ਰੂਰੀ ਬਣ ਚੁੱਕੀ ਹੈ। ਬੱਚੇ ਦਾ ਕੰਪਿਊਟਰ ਨਾਲ ਸਿੱਧਾ ਵਾਹ ਟੈਕਨੋਲੋਜੀ ਦੇ ਬੂਹੇ ਖੋਲ੍ਹਦਾ ਹੈ। ਕੰਪਿਊਟਰ ਨੇ ਗਿਆਨ ਦੇ ਸਾਗਰ ਵਿਦਿਆਰਥੀ ਦੇ ਬੂਹੇ 'ਤੇ ਲਿਆ ਦਿੱਤੇ ਹਨ। ਉਹ ਹੀਰੇ ਮੋਤੀ ਵੀ ਚੁਗ ਸਕਦਾ ਹੈ ਤੇ ਕੌਡੀਆਂ ਵੀ। ਇਹ ਵਿਦਿਆਰਥੀ ਨੇ ਵੇਖਣਾ ਹੈ ਕਿ ਉਸਨੇ ਕੀ ਚੁਗਣਾ ਹੈ। ਕੰਪਿਊਟਰ ਰਾਹੀਂ ਵਿਕੀਪੀਡੀਆ, ਯੂਟਿਊਬ, ਸਮਾਰਟ ਸਟੱਡੀ ਵੈਬਸਾਈਟ, ਡਿਕਸ਼ਨਰੀ, ਇਨਸਾਈਕਲੋਪੀਡੀਆ, ਆਨਲਾਈਨ ਕਿਤਾਬਾਂ ਆਦਿ ਰਾਹੀਂ ਹਜ਼ਾਰਾਂ ਸੁਵਿਧਾਵਾਂ ਵਿਦਿਆਰਥੀ ਦੇ ਸ਼ਾਨਦਾਰ ਭਵਿੱਖ ਨੂੰ ਉਜਵਲ ਕਰਨ ਅਤੇ ਸਮੇਂ ਦੇ ਹਾਣੀ ਬਣਾਉਣ ਲਈ ਕਾਫੀ ਹਨ। ਅੱਜ ਕੰਪਿਊਟਰ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਲੋੜ ਸਿਰਫ ਕੰਪਿਊਟਰ ਦੀ ਸਹੀ, ਸੁਚੱਜੀ, ਸਮੇਂ ਅਨੁਸਾਰ ਅਤੇ ਯੋਗ ਅਗਵਾਈ ਵਿੱਚ ਵਰਤੋਂ ਕਰਨ ਦੀ ਹੈ। ਸੋ ਪਿਆਰੇ ਬੱਚਿਓ, ਇਹ ਸੀ ਪੈਰਾ ਰਚਨਾ ਵਿਸ਼ਾ ਕੰਪਿਊਟਰ, ਸਿੱਖਿਆ ਸਾਧਨ ਵਜੋਂ ਕੰਪਿਊਟਰ। ਪਿਆਰੇ ਬੱਚਿਓ, ਜਦੋਂ ਅਸੀਂ ਪੈਰਾ ਰਚਨਾ ਕਰਨੀ ਹੈ ਤਾਂ ਪੈਰੇ ਵਿੱਚ ਸਧਾਰਨ ਸ਼ਬਦ ਵਰਤਣੇ ਹਨ, ਪਰ ਇਹ ਵਿਸ਼ਾ ਤਕਨੀਕ ਨਾਲ ਸੰਬੰਧਿਤ ਹੋਣ ਕਰਕੇ ਕੁਝ ਸ਼ਬਦ ਮੁਸ਼ਕਲ ਵੀ ਆਏ ਹਨ। ਇਸ ਕਰਕੇ ਉਹਨਾਂ ਔਖੇ ਸ਼ਬਦਾਂ ਦੇ ਅਸੀਂ ਅਰਥ ਵੀ ਕਰਾਂਗੇ ਤਾਂ ਕਿ ਪੈਰਾ ਸਮਝਣ ਅਤੇ ਲਿਖਣ ਸਮੇਂ ਤੁਹਾਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਹੁਣ ਅਸੀਂ ਕਰਨ ਜਾ ਰਹੇ ਹਾਂ ਪੈਰੇ ਵਿੱਚ ਆਏ ਹੋਏ ਔਖੇ ਸ਼ਬਦਾਂ ਦੇ ਅਰਥ। ਪਿਆਰੇ ਬੱਚਿਓ, ਇਸ ਵਿੱਚ ਸਭ ਤੋਂ ਪਹਿਲਾ ਸ਼ਬਦ ਆਇਆ ਹੈ ਇਨਸਾਈਕਲੋਪੀਡੀਆ। ਇਨਸਾਈਕਲੋਪੀਡੀਆ ਅੰਗਰੇਜ਼ੀ ਦਾ ਆਮ ਜਾਣਕਾਰੀ ਦਾ ਕੋਸ਼ ਹੈ। ਕੋਸ਼ ਦਾ ਅਰਥ ਹੁੰਦਾ ਹੈ ਖਜ਼ਾਨਾ, ਅਰਥਾਤ ਇਸ ਵਿੱਚ ਆਮ ਜਾਣਕਾਰੀ ਜਾਂ ਜਰਨਲ ਨੌਲੇਜ ਦਾ ਖਜ਼ਾਨਾ ਹੈ। ਇਸ ਵਿੱਚ ਅਸੀਂ ਕਿਸੇ ਵੀ ਵਿਸ਼ੇ ਨਾਲ ਸੰਬੰਧਿਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਤੁਸੀਂ ਨੈੱਟ ਦੇ ਦੁਆਰਾ ਕੰਪਿਊਟਰ ਵਿੱਚ ਕੋਈ ਇਨਸਾਈਕਲੋਪੀਡੀਆ ਦੀ ਸਾਈਟ ਖੋਲ੍ਹ ਕੇ ਉਸ ਵਿੱਚ ਜਿਸ ਵਿਸ਼ੇ ਸੰਬੰਧੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਉਹ ਭਰ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਤੁਹਾਡੀ ਸਕਰੀਨ 'ਤੇ ਪੂਰੀ ਦੀ ਪੂਰੀ ਜਾਣਕਾਰੀ ਉਸ ਵਿਸ਼ੇ ਨਾਲ ਸੰਬੰਧਿਤ ਆ ਜਾਵੇਗੀ। ਅਗਲਾ ਸ਼ਬਦ ਹੈ ਵਿਕੀਪੀਡੀਆ। ਇਹ ਇੱਕ ਬਹੁਭਾਸ਼ਾਈ ਆਨਲਾਈਨ ਵਿਸ਼ਵਕੋਸ਼ ਹੈ ਜਿਸ ਵਿੱਚ ਮੁਫਤ ਸਮੱਗਰੀ ਹੁੰਦੀ ਹੈ। ਬਹੁਭਾਸ਼ਾਈ ਦਾ ਅਰਥ ਹੈ ਵੱਖ-ਵੱਖ ਭਾਸ਼ਾਵਾਂ ਵਿੱਚ। ਇਸ ਵਿੱਚ ਕੋਈ ਵਪਾਰਕ ਵਿਗਿਆਪਨ ਨਹੀਂ ਹੁੰਦੇ। ਇਸ ਵਿੱਚ ਕੋਈ ਵੀ ਵਿਅਕਤੀ ਨਵੇਂ ਲੇਖ ਲਿਖ ਸਕਦਾ ਹੈ ਅਤੇ ਪੁਰਾਣੇ ਲੇਖਾਂ ਨੂੰ ਸੋਧ ਸਕਦਾ ਹੈ। ਇਸ ਵਿੱਚ ਵੀ ਤੁਸੀਂ ਜਿਸ ਕਿਸੇ ਵਿਸ਼ੇ ਨੂੰ ਜਾਂ ਵਿਸ਼ੇ ਸੰਬੰਧੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ
ਗੂਗਲ 'ਤੇ ਜਾ ਕੇ ਸਰਚ ਕਰ ਸਕਦੇ ਹੋ। ਜਾਣਕਾਰੀ ਤੁਹਾਨੂੰ ਸਕਰੀਨ ਉੱਪਰ ਉਪਲਬਧ ਹੋ ਜਾਵੇਗੀ। ਅਗਲਾ ਔਖਾ ਸ਼ਬਦ ਹੈ ਡਿਜੀਟਲ ਲਾਇਬ੍ਰੇਰੀ। ਪਿਆਰੇ ਬੱਚਿਓ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲਾਇਬ੍ਰੇਰੀ ਦਾ ਅਰਥ ਹੈ ਕਿਤਾਬਾਂ ਦਾ ਘਰ, ਅਰਥਾਤ ਉਹ ਘਰ ਜਾਂ ਉਹ ਕਮਰਾ ਜਿਸ ਵਿੱਚ ਵੱਖ-ਵੱਖ ਕਿਸਮਾਂ ਦੀਆਂ ਕਿਤਾਬਾਂ ਪਈਆਂ ਹੋਣ। ਇਸੇ ਤਰ੍ਹਾਂ ਡਿਜੀਟਲ ਲਾਇਬ੍ਰੇਰੀ ਕੰਪਿਊਟਰ ਵਿੱਚ ਮੌਜੂਦ ਵੱਖ-ਵੱਖ ਕਿਤਾਬਾਂ ਦਾ ਭੰਡਾਰ ਹੈ। ਤੁਸੀਂ ਜਿਸ ਵੀ ਵਿਸ਼ੇ ਨਾਲ ਸੰਬੰਧਿਤ ਕੋਈ ਕਿਤਾਬ ਪੜ੍ਹਨੀ ਚਾਹੁੰਦੇ ਹੋ ਤਾਂ ਉਸ ਕਿਤਾਬ ਦਾ ਨਾਮ ਭਰ ਕੇ ਉਹ ਕਿਤਾਬ ਨੂੰ ਡਾਊਨਲੋਡ ਕਰ ਸਕਦੇ ਹੋ ਜਾਂ ਆਨਲਾਈਨ ਹੀ ਪੜ੍ਹ ਸਕਦੇ ਹੋ। ਇਹ ਕਿਤਾਬ ਮਨੋਰੰਜਨ, ਆਮ ਜਾਣਕਾਰੀ ਨਾਲ ਭਰਪੂਰ, ਸਿਹਤ ਨਾਲ ਭਰਪੂਰ, ਤਕਨਾਲੋਜੀ ਨਾਲ ਸੰਬੰਧਿਤ ਜਾਂ ਬਾਹਰਲੇ ਦੇਸ਼ਾਂ ਨਾਲ ਸੰਬੰਧਿਤ ਕਿਸੇ ਵੀ ਪ੍ਰਕਾਰ ਦੀ ਹੋ ਸਕਦੀ ਹੈ। ਤੁਹਾਡੇ ਵਿਸ਼ੇ ਨਾਲ ਸੰਬੰਧਿਤ, ਤੁਹਾਡੀ ਕਲਾਸ ਦੇ ਸਿਲੇਬਸ ਨਾਲ ਸੰਬੰਧਿਤ ਕਿਤਾਬਾਂ ਵੀ ਕੰਪਿਊਟਰ ਉੱਤੇ ਮੌਜੂਦ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਉੱਤੇ ਜਾ ਕੇ ਤੁਸੀਂ ਆਪਣੀ ਜਮਾਤ ਦੀਆਂ ਕਿਤਾਬਾਂ ਵੇਖ ਸਕਦੇ ਹੋ, ਪੜ੍ਹ ਸਕਦੇ ਹੋ ਜਾਂ ਉਹਨਾਂ ਨੂੰ ਡਾਊਨਲੋਡ ਕਰਕੇ ਵੀ ਰੱਖ ਸਕਦੇ ਹੋ। ਪਿਆਰੇ ਬੱਚਿਓ, ਇਸ ਤਰ੍ਹਾਂ ਤੁਹਾਨੂੰ ਇਹ ਪੈਰਾ ਰਚਨਾ ਦੱਸੀ ਗਈ ਹੈ ਵੀ ਸਿੱਖਿਆ ਸਾਧਨ ਵਜੋਂ ਕੰਪਿਊਟਰ। ਇਸੇ ਤਰੀਕੇ ਨਾਲ ਤੁਹਾਡੇ ਅਭਿਆਸ ਲਈ ਵੀ ਦੱਸ ਦੇਵਾਂ ਕਿ ਜੇਕਰ ਤੁਸੀਂ ਕਿਸੇ ਹੋਰ ਵਿਸ਼ੇ ਸੰਬੰਧੀ ਪੈਰਾ ਰਚਨਾ ਕਰਨੀ ਚਾਹੁੰਦੇ ਹੋ ਜਾਂ ਤੁਸੀਂ ਕਰਨ ਦਾ ਅਭਿਆਸ ਕਰਨਾ ਚਾਹੁੰਦੇ ਹੋ ਤਾਂ ਉਹ ਕਰ ਸਕਦੇ ਹੋ। ਜਿਸ ਤਰ੍ਹਾਂ ਹੋਰ ਵਿਸ਼ੇ ਆਪਾਂ ਲੈ ਲਈਏ ਸਕੂਲ ਦੀ ਸਫਾਈ। ਜਦੋਂ ਸਕੂਲ ਦੀ ਸਫਾਈ ਸੰਬੰਧੀ ਪੈਰਾ ਰਚਨਾ ਕਰਨੀ ਹੈ ਤਾਂ ਤੁਸੀਂ ਸਕੂਲ ਦੇ ਕਮਰੇ, ਸਕੂਲ ਦਾ ਦਫ਼ਤਰ, ਸਕੂਲ ਦੇ ਗਰਾਊਂਡ ਜਾਂ ਬਾਗ ਬਗੀਚੇ, ਉਸ ਸੰਬੰਧੀ ਪੂਰੀ ਜਾਣਕਾਰੀ ਨੂੰ ਇੱਕ ਪੈਰੇ ਵਿੱਚ ਲਿਖ ਸਕਦੇ ਹੋ। ਇਸੇ ਤਰ੍ਹਾਂ ਕੋਈ ਮਨਪਸੰਦ ਕਿਤਾਬ 'ਤੇ ਪੈਰਾ ਰਚਨਾ ਕਰਨੀ ਹੈ ਤਾਂ ਤੁਸੀਂ ਆਪਣੀ ਮਨਪਸੰਦ ਜਾਂ ਮਨਭਾਉਂਦੀ ਕੋਈ ਵੀ ਕਿਤਾਬ ਜੋ ਤੁਹਾਨੂੰ ਚੰਗੀ ਲੱਗਦੀ ਹੈ ਉਸ ਨੂੰ ਪੜ੍ਹ ਕੇ ਉਸ ਸੰਬੰਧੀ ਵੀ ਉਹ ਕਿਤਾਬ ਕਿਸ ਲੇਖਕ ਦੀ ਲਿਖੀ ਹੋਈ ਹੈ, ਉਸ ਕਿਤਾਬ ਦੇ ਵਿੱਚ ਉਸ ਲੇਖਕ ਨੇ ਕੀ ਲਿਖਿਆ ਹੈ, ਉਹ ਕਿਤਾਬ ਲੇਖਾਂ ਦੀ ਹੈ ਜਾਂ ਕਹਾਣੀਆਂ ਦੀ ਹੈ ਜਾਂ ਕਵਿਤਾਵਾਂ ਦੀ ਹੈ, ਉਸ ਸੰਬੰਧੀ ਅਸੀਂ ਸੰਖੇਪ ਰੂਪ ਵਿੱਚ ਲਿਖ ਸਕਦੇ ਹਾਂ। ਉਸ ਕਿਤਾਬ ਤੋਂ ਤੁਹਾਨੂੰ ਕੀ ਸਿੱਖਿਆ ਮਿਲੀ ਉਹ ਵੀ ਅਸੀਂ 1 ਜਾਂ 2 ਲਾਈਨਾਂ ਵਿੱਚ ਲਿਖ ਸਕਦੇ ਹਾਂ। ਇਸੇ ਤਰ੍ਹਾਂ ਮਨਪਸੰਦ ਲੇਖਕ 'ਤੇ ਪੈਰਾ ਰਚਨਾ ਕਰਨੀ ਹੈ ਤਾਂ ਤੁਸੀਂ ਆਪਣੇ ਮਨਭਾਉਂਦੇ ਲੇਖਕ ਸੰਬੰਧੀ ਉਸ ਦੀ ਜੀਵਨੀ, ਉਸ ਦੇ ਜਨਮ ਸਥਾਨ, ਉਸ ਦੇ ਜੀਵਨ ਬਾਰੇ, ਮਾਤਾ ਪਿਤਾ ਬਾਰੇ, ਉਸ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਬਾਰੇ ਜਾਂ ਉਸ ਨੂੰ ਜੋ ਵੀ ਕੋਈ ਇਨਾਮ ਜਾਂ ਅਵਾਰਡ ਮਿਲਿਆ ਹੈ ਉਸ ਸੰਬੰਧੀ ਇੱਕ ਪੈਰੇ ਵਿੱਚ ਲਿਖ ਸਕਦੇ ਹੋ। ਪਿਆਰੇ ਬੱਚਿਓ, ਜਿਸ ਤਰ੍ਹਾਂ ਵਿਸ਼ਾ ਹੈ ਅੱਧੀ ਛੁੱਟੀ ਦਾ ਸਮਾਂ। ਸਾਰੇ ਹੀ ਬੱਚਿਆਂ ਨੂੰ ਅੱਧੀ ਛੁੱਟੀ ਦੇ ਸਮੇਂ ਦੀ ਬੇਸਬਰੀ ਨਾਲ ਉਡੀਕ ਹੁੰਦੀ ਹੈ। ਇਸ ਸੰਬੰਧੀ ਤੁਸੀਂ ਪੈਰਾ ਰਚਨਾ ਕਰਨੀ ਹੈ ਤਾਂ ਤੁਸੀਂ ਲਿਖ ਸਕਦੇ ਹੋ ਕਿ ਅੱਧੀ ਛੁੱਟੀ ਦਾ ਸਮਾਂ ਦੀ ਕਿਸ ਤਰ੍ਹਾਂ ਤੁਹਾਨੂੰ ਉਡੀਕ ਹੁੰਦੀ ਹੈ। ਉਸ ਛੁੱਟੀ ਦੇ ਸਮੇਂ ਵਿੱਚ ਤੁਸੀਂ ਕੀ ਕਰਦੇ ਹੋ, ਭੋਜਨ ਖਾਂਦੇ ਹੋ ਜਾਂ ਖੇਡਦੇ ਹੋ ਜਾਂ ਪੜ੍ਹਾਈ ਕਰਦੇ ਹੋ, ਉਸ ਸੰਬੰਧੀ ਤੁਸੀਂ ਲਿਖ ਸਕਦੇ ਹੋ। ਪਿਆਰੇ ਬੱਚਿਓ, ਇਸ ਪ੍ਰਕਾਰ ਅਸੀਂ ਅੱਜ ਦੇਖਿਆ ਕਿ ਪੈਰਾ ਰਚਨਾ ਕਿਵੇਂ ਕਰਨੀ ਹੈ। ਪਿਆਰੇ ਬੱਚਿਓ, ਜਿਸ ਤਰ੍ਹਾਂ ਅਸੀਂ ਹੁਣ ਪੈਰਾ ਰਚਨਾ ਕੀਤੀ ਹੈ ਉਸ ਦੀ ਦੁਹਰਾਈ ਵੀ ਬਹੁਤ ਜ਼ਰੂਰੀ ਹੈ, ਕਿਉਂਕਿ
ਦੁਹਰਾਈ ਕਰਨ ਨਾਲ ਕੀਤਾ ਹੋਇਆ ਕੰਮ ਛੇਤੀ ਭੁੱਲਦਾ ਨਹੀਂ। ਅਸੀਂ ਇਸ ਪੈਰਾ ਰਚਨਾ ਨੂੰ ਆਪਣੀਆਂ ਕਾਪੀਆਂ 'ਤੇ ਸੋਹਣਾ ਕਰਕੇ ਲਿਖਣਾ ਹੈ ਅਤੇ ਨਾਲ ਹੀ 2-4 ਹੋਰ ਵਿਸ਼ੇ ਆਪਣੇ ਵੱਲੋਂ ਲੈ ਕੇ ਉਹਨਾਂ ਦਾ ਵੀ ਅਭਿਆਸ ਕਰ ਸਕਦੇ ਹੋ। ਇਹ ਵਿਸ਼ੇ ਤੁਸੀਂ ਆਪਣੀ ਮਨਪਸੰਦ ਕੋਈ ਵੀ ਕਿਤਾਬ ਵਿੱਚੋਂ ਜਾਂ ਆਪਣੇ ਮਨ ਦੇ ਵਿੱਚੋਂ ਆਪਣੇ ਦਿਮਾਗ ਦੇ ਨਾਲ ਸੋਚ ਕੇ ਕਰਨੇ ਹਨ, ਤਾਂ ਕਿ ਪੈਰਾ ਰਚਨਾ ਲਈ ਤੁਹਾਡਾ ਅਭਿਆਸ ਹੋ ਸਕੇ। ਹੁਣ ਆਪਾਂ ਦੁਹਰਾਈ ਕਰਦੇ ਹਾਂ ਕੀਤੇ ਹੋਏ ਪੈਰਾ ਰਚਨਾ ਦੀ। ਪਿਆਰੇ ਬੱਚਿਓ, ਜਿਸ ਤਰ੍ਹਾਂ ਅਸੀਂ ਅੱਜ ਸਿੱਖਿਆ ਸਾਧਨ ਵਜੋਂ ਕੰਪਿਊਟਰ 'ਤੇ ਪੈਰਾ ਰਚਨਾ ਕੀਤੀ ਹੈ, ਤਾਂ ਉਸ ਨਾਲ ਸੰਬੰਧਿਤ ਥੋੜ੍ਹੀ ਜਾਣਕਾਰੀ ਹੋਰ ਦੇ ਦੇਵਾਂ, ਕਿਉਂਕਿ ਜੇਕਰ ਸਾਡੇ ਕੋਲੇ ਉਸ ਵਿਸ਼ੇ ਨਾਲ ਸੰਬੰਧਿਤ ਪੂਰੀ ਜਾਣਕਾਰੀ ਹੋਵੇਗੀ ਤਾਂ ਸਾਨੂੰ ਪੈਰਾ ਰਚਨਾ ਕਰਨ ਸਮੇਂ ਸੌਖ ਰਹੇਗੀ। ਪਿਆਰੇ ਬੱਚਿਓ, ਜਿਸ ਤਰ੍ਹਾਂ ਤੁਸੀਂ ਆਪਣੇ ਸਕੂਲ ਵਿੱਚ ਜਾਂ ਜੇ ਕਿਸੇ ਕੋਲ ਆਪਣੇ ਘਰ ਵਿੱਚ ਕੰਪਿਊਟਰ ਹੈ ਤਾਂ ਉਸ ਨੂੰ ਵਰਤਦੇ ਹੋਵੋਗੇ। ਕੰਪਿਊਟਰ ਨੂੰ ਔਨ ਕਰਕੇ ਕੋਈ ਵੀ ਸਾਈਟ ਦੇ ਉੱਤੇ ਆਪਣੀ ਜੋ ਜਾਣਕਾਰੀ ਤੁਸੀਂ ਪ੍ਰਾਪਤ ਕਰਨੀ ਚਾਹੁੰਦੇ ਹੋ ਉਹ ਭਰ ਕੇ ਤੁਸੀਂ ਪ੍ਰਾਪਤ ਕਰਦੇ ਹੋ। ਪਰ ਪਿਆਰੇ ਬੱਚਿਓ, ਕਈ ਵਾਰ ਕੰਪਿਊਟਰ ਉੱਤੇ ਅਣਅਧਿਕਾਰਤ ਸਾਈਟਾਂ ਵੀ ਉਪਲਬਧ ਰਹਿੰਦੀਆਂ ਹਨ, ਜਿਸ ਉੱਤੇ ਜਾਣਕਾਰੀ ਕਈ ਵਾਰ ਸਹੀ ਨਹੀਂ ਹੁੰਦੀ ਜਾਂ ਬੱਚਿਆਂ ਦੇ ਮਨ ਉੱਤੇ ਗਲਤ ਅਸਰ ਕਰਨ ਵਾਲੀ ਹੁੰਦੀ। ਸੋ ਪਿਆਰੇ ਬੱਚਿਓ, ਤੁਸੀਂ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਹੈ ਕਿ ਤੁਹਾਡੇ ਲਈ ਕਿਹੜੀ ਜਾਣਕਾਰੀ ਠੀਕ ਹੈ ਅਤੇ ਕਿਹੜੀ ਜਾਣਕਾਰੀ ਗਲਤ। ਤੁਸੀਂ ਹਮੇਸ਼ਾ ਅਧਿਕਾਰਤ ਸਾਈਟਾਂ ਉੱਤੇ ਜਾ ਕੇ ਹੀ ਸਰਚ ਕਰਨੀ ਹੈ ਜਾਂ ਪ੍ਰੋਗਰਾਮ ਦੇਖਣੇ ਹਨ। ਬੱਚਿਓ, ਜਿਸ ਤਰ੍ਹਾਂ ਤੁਹਾਨੂੰ ਪੈਰਾ ਰਚਨਾ ਦੇ ਵਿੱਚ ਦੱਸਿਆ ਸੀ ਕਿ ਕੰਪਿਊਟਰ ਗਿਆਨ ਦਾ ਸਾਗਰ ਹੈ, ਇਸ ਵਿੱਚੋਂ ਵਿਦਿਆਰਥੀ ਹੀਰੇ ਮੋਤੀ ਵੀ ਚੁਗ ਸਕਦੇ ਹਨ ਅਤੇ ਕੌਡੀਆਂ ਵੀ। ਇਸ ਲਾਈਨ ਦਾ ਅਰਥ ਹੈ ਹੀਰੇ ਮੋਤੀ ਮਤਲਬ ਚੰਗਾ ਤੇ ਸਹੀ ਗਿਆਨ, ਅਤੇ ਕੌਡੀਆਂ ਦਾ ਅਰਥ ਹੈ ਗਲਤ ਜਾਣਕਾਰੀ। ਸੋ ਪਿਆਰੇ ਬੱਚਿਓ, ਕਈ ਵਾਰ ਗਲਤ ਜਾਣਕਾਰੀ ਬੱਚੇ ਦੇ ਭਵਿੱਖ ਨੂੰ ਖਰਾਬ ਵੀ ਕਰ ਦਿੰਦੀ ਹੈ ਜਾਂ ਵਿਦਿਆਰਥੀ ਵੱਧ ਸਮਾਂ ਲਾ ਕੇ ਆਪਣੇ ਸਮੇਂ ਦਾ ਦੁਰਉਪਯੋਗ ਕਰਦਾ ਹੈ ਜਾਂ ਗਲਤ ਪ੍ਰਕਾਰ ਦੀਆਂ ਫਿਲਮਾਂ ਵਗੈਰਾ ਵੇਖਣ ਲੱਗ ਜਾਂਦੇ ਹਨ, ਜੋ ਉਹਨਾਂ ਦੇ ਭਵਿੱਖ ਨੂੰ ਖਰਾਬ ਕਰ ਦਿੰਦੇ ਹਨ। ਇਸ ਕਰਕੇ ਪਿਆਰੇ ਬੱਚਿਓ, ਤੁਸੀਂ ਹਮੇਸ਼ਾ ਇਹ ਗੱਲ ਆਪਣੇ ਦਿਮਾਗ ਵਿੱਚ ਰੱਖਣੀ ਹੈ ਕਿ ਤੁਸੀਂ ਕੰਪਿਊਟਰ ਨੂੰ ਗਿਆਨ ਦਾ ਸਾਗਰ ਬਣਾਉਣਾ ਹੈ, ਜਿਸ ਵਿੱਚੋਂ ਤੁਸੀਂ ਸਿਰਫ ਚੰਗੀਆਂ ਗੱਲਾਂ ਹੀ ਸਿੱਖਣੀਆਂ ਹਨ। ਇਸ ਦੇ ਲਈ ਤੁਸੀਂ ਆਪਣੇ ਅਧਿਆਪਕ ਦੀ ਮਦਦ ਲੈ ਸਕਦੇ ਹੋ। ਘਰ ਵਿੱਚ ਆਪਣੇ ਮਾਤਾ ਪਿਤਾ ਤੋਂ ਜਾਂ ਆਪਣੇ ਕਿਸੇ ਵੱਡੇ ਭੈਣ ਭਾਈ ਤੋਂ ਜਾਂ ਦੋਸਤ ਮਿੱਤਰ ਤੋਂ ਸਿੱਖ ਸਕਦੇ ਹੋ। ਪਰ ਤੁਹਾਨੂੰ ਆਪਣੇ ਮਨ ਦੇ ਵਿੱਚ ਇਹ ਗੱਲ ਬਿਠਾ ਲੈਣੀ ਚਾਹੀਦੀ ਹੈ ਕਿ ਜੋ ਕੁਝ ਵੀ ਸਿੱਖਣਾ ਹੈ ਉਹ ਤੁਹਾਡੀ ਆਉਣ ਵਾਲੀ ਜ਼ਿੰਦਗੀ ਲਈ ਵਧੀਆ ਹੋਵੇ, ਨਾ ਕਿ ਗਲਤ ਗੱਲਾਂ ਸਿੱਖਣੀਆਂ ਹਨ। ਪਿਆਰੇ ਬੱਚਿਓ, ਇਸ ਪ੍ਰਕਾਰ ਇਹ ਕੰਪਿਊਟਰ ਤੁਹਾਡੇ ਲਈ ਇੱਕ ਨਵੇਂ ਤਕਨੀਕ ਦੇ ਬੂਹੇ ਖੋਲ੍ਹਦਾ ਰਹੇਗਾ ਅਤੇ ਤੁਹਾਡਾ ਆਉਣ ਵਾਲਾ ਭਵਿੱਖ ਵਧੀਆ, ਉਜਵਲ ਅਤੇ ਸੁਨਹਿਰਾ ਹੋਵੇਗਾ, ਜੇਕਰ ਤੁਸੀਂ ਇਸ ਨੂੰ ਵਧੀਆ ਤਰੀਕੇ ਨਾਲ ਵਰਤੋਗੇ। ਕਿਉਂਕਿ ਅਸੀਂ ਜਾਣਦੇ ਹਾਂ ਕਿ ਫੁੱਲ ਨਾਲ ਕੰਡੇ ਵੀ ਹੁੰਦੇ ਹਨ ਅਤੇ ਜੋ ਸਾਨੂੰ ਇਸ ਕੰਪਿਊਟਰ ਤੋਂ ਚੰਗੀਆਂ ਗੱਲਾਂ ਸਿੱਖਦੀਆਂ ਹਨ, ਉਸੇ ਤਰ੍ਹਾਂ ਕਈ ਵਾਰ ਇਸ ਦੇ ਮਾੜੇ ਪ੍ਰਭਾਵ ਵੀ ਹੁੰਦੇ ਹਨ, ਜੋ ਚੰਗੇ ਵਿਦਿਆਰਥੀ ਨੂੰ ਆਪਣੇ ਮਨ ਵਿੱਚ ਹਮੇਸ਼ਾ ਹੀ ਰੱਖਣੇ ਚਾਹੀਦੇ ਹਨ। ਇਸ ਪ੍ਰਕਾਰ ਬੱਚਿਓ, ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੀ ਹੋਈ ਮੈਂ ਤੁਹਾਥੋਂ ਅਲਵਿਦਾ ਲੈਂਦੀ ਹਾਂ। ਸਤਿ ਸ੍ਰੀ ਅਕਾਲ।